ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਵੇਖ ਰਹੇ ਹੋ। ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ। ਅੱਜ ਸੁਪਰੀਮ ਕੋਰਟ ਦੇ ਵੱਲੋਂ ਇੱਕ ਫਰਮਾਨ ਜਿਹੜਾ ਉਹ ਜਾਰੀ ਕੀਤਾ ਗਿਆ ਔਰ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਸੀ, ਉੱਥੇ ਹੀ ਬਲਵੰਤ ਸਿੰਘ ਰਾਜੂਆਣਾ ਦੀ ਰਿਹਾਈ ਦੇ ਜਿਹੜਾ ਜਵਾਬ ਮੰਗਿਆ ਗਿਆ ਕਿ 2 ਮਹੀਨੇ ਦੇ ਅੰਦਰ ਜਿਹੜਾ ਉਹ ਜਵਾਬ ਦਿੱਤਾ ਜਾਵੇ ਕਿ ਉਸ ਰਿਹਾਈ ਨੂੰ ਲੈ ਕੇ ਕਿਸ ਤਰੀਕੇ ਨਾਲ ਜਿਹੜੀ ਕੇਂਦਰ ਸਰਕਾਰ ਹੈ ਉਹਦਾ ਕੀ ਰੁਖ ਰਹਿਣ ਵਾਲਾ ਹੈ। ਇਸ ਸਮੇਂ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਜਨਰਲ ਸੈਕਟਰੀ ਪੰਜਾਬ ਸੁਭਾਸ਼ ਸ਼ਰਮਾ ਮੌਜੂਦ ਨੇ ਔਰ ਗੱਲਬਾਤ ਕਰਾਂਗੇ। ਇਹ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਅੱਜ ਜਿਹੜਾ ਫਰਮਾਨ ਜਾਰੀ ਹੋਇਆ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਕਿ 2 ਮਹੀਨੇ 'ਚ ਜਵਾਬ ਮੰਗਿਆ ਗਿਆ? देखो, निश्चित रूप नाल केंद्र सरकार इस पूरे विषय नूं, इस ऑर्डर नूं पढ़ के और जो सुप्रीम कोर्ट का निर्देश है वो निर्देश के हिसाब नाल कार्रवाई करेगी। साडी सरकार की पूरी आस्था है मानयोग सुप्रीम कोर्ट च। और दूसरा, केंद्र की सरकार इन्हां सारे केसिस नूं बड़ा हमदर्दीपूर्वक, बड़ा सिंपैथेटिकली डील कर रही है। तुसीं देखिया होएगा पहलां भी केंद्र सरकार ने बंदी ਸਿੰਘਾਂ ਦੀ रिहाई बारे फैसला कीता सीगा। ਉਹਦੇ 'ਚ ਵੀ ਕੁਛ ਅੜਚਨ ਜਿਹੜੀ ਹੈ ਦਿੱਲੀ ਦੀ ਕੇਜਰੀਵਾਲ ਸਰਕਾਰ ਪਾ ਰਹੀ ਹੈ, ਕਿਉਂਕਿ ਜਿਹੜੀ ਮੀਟਿੰਗ ਲਾਸਟ ਕੇਜਰੀਵਾਲ ਸਾਹਿਬ ਦੀ ਹੋਈ, ਜਿਸ ਕਮੇਟੀ ਨੂੰ ਫੈਸਲਾ ਕਰਨਾ ਸੀ, ਕਿਉਂਕਿ ਸਟੇਟ ਸਬਜੈਕਟ ਹੈ, ਉਹ ਸਟੇਟ ਦੀ ਜੇਲ੍ਹ 'ਚ ਬੰਦ ਨੇ, ਤਾਂ ਸਟੇਟ ਗਵਰਨਮੈਂਟ ਨੇ ਹੀ ਫਾਈਨਲ ਫੈਸਲਾ ਲੈਣਾ ਹੈ। ਉਹਨਾਂ ਨੇ ਉਸ ਕਮੇਟੀ ਦੀ ਮੀਟਿੰਗ 'ਚੋਂ ਕੇਸ ਹੀ ਡਿਸਕਸ ਨਹੀਂ ਕੀਤਾ ਸੀ। ਹੁਣ ਵੀ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜੋ ਹੈ ਪੂਰਾ ਸਿੰਪੈਥੈਟਿਕਲੀ ਜੋ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਰਕਾਰ ਕਰ ਸਕਦੀ ਹੋਏਗੀ ਕਰੇਗੀ। ਅੱਛਾ, ਇਸ ਨੂੰ ਲੈ ਕੇ ਨਾ ਅਰਵਿੰਦ ਕੇਜਰੀਵਾਲ ਨੂੰ ਜਦੋਂ ਸਵਾਲ ਕੀਤੇ ਗਏ ਸੀ, ਉਹ ਕਹਿੰਦੇ ਸੀ ਕਿ ਮੇਰੇ ਹੱਥ 'ਚ ਉਹ ਪਾਵਰ ਨਹੀਂ ਹੈਗੀ, ਇਹ ਮੇਰੇ ਉੱਪਰ ਸਿਰਫ ਸਿੱਟਿਆ ਜਾ ਰਿਹਾ, ਮੇਰੇ ਹੱਥ 'ਚ ਇਸ ਚੀਜ਼ ਦੀ ਪਾਵਰ ਨਹੀਂ ਹੈਗੀ ਕਿ ਮੈਂ ਉਹਨਾਂ ਦੀ ਰਿਹਾਈ ਕਰ ਸਕਾਂ। ਨਹੀਂ, ਉਹ ਦੇਖੋ, ਉਹਨਾਂ ਦੀ ਆਦਤ ਹੈ ਮਿਸਗਾਈਡ ਕਰਨ ਦੀ। ਸਾਰਾ ਕੁਝ ਔਨ ਰਿਕਾਰਡ ਹੈ। ਸਟੇਟ ਗਵਰਨਮੈਂਟ ਦੀ ਇੱਕ ਕਮੇਟੀ ਹੁੰਦੀ ਹੈ ਜਿਹਦੇ 'ਚ ਇਹਨਾਂ ਦਾ ਮਿਨਿਸਟਰ ਵੀ ਬੈਠਦਾ ਹੈ, ਜਿਹਦੇ 'ਚ ਇਹਨਾਂ ਦਾ ਚੀਫ ਸੈਕਟਰੀ ਵੀ ਬੈਠਦਾ ਹੈ। ਉਸ ਕਮੇਟੀ ਦੇ ਅੰਦਰ ਸਾਰੇ ਕੇਸ ਡਿਸਕਸ ਹੁੰਦੇ ਆ। केस डिस्कस होए, कमेटी की मीटिंग हुई, लेकिन बंदी ਸਿੰਘਾਂ का केस नहीं आया। इन्होंने फाइल उसकी टेकअप ही नहीं की उस मीटिंग च। अगली मीटिंग फिर टेकअप करनी पेगी। फाइनल डिसीजन अल्टीमेटली स्टेट गवर्नमेंट ने ही लेना है, जो लॉ ऑफ लैंड है। इस करके वो गुमराह करी जान तो जिन्ना मर्जी करी जान, तथ्य ही ने। ਸਟੇਟ ਗਵਰਨਮੈਂਟ ਦਾ ਕਿੱਦਾਂ ਵੇਖਦੇ ਹੋ? ਹੁਣ ਪੰਜਾਬ ਦੇ ਵਿੱਚ ਸਰਕਾਰ ਨਵੀਂ ਬਣੀ, ਉਸ ਤੋਂ ਬਾਅਦ 92 ਜਿਹੜੇ MLA ਉਹਨਾਂ ਦੇ ਆਏ, ਉਸ ਤੋਂ ਬਾਅਦ ਕੰਮ ਕਿਸ ਤਰੀਕੇ ਨਾਲ ਵੇਖ ਰਹੇ ਹੋ? ਐਲਾਨ ਤੇ ਐਲਾਨ ਹੋਏ ਲਗਾਤਾਰ, ਜਿਹੜੇ ਵਿਰੋਧੀ ਕਹਿ ਰਹੇ ਸੀ, ਕਹਿੰਦੇ ਐਲਾਨ ਕਰੇ ਜਾ ਰਹੇ ਨੇ। ਪਹਿਲਾਂ ਐਲਾਨਜੀਤ ਸਿੰਘ ਚੰਨੀ ਕਹਿੰਦੇ ਸੀ, ਹੁਣ ਐਲਾਨ ਮਾਨ ਕਹਿ ਰਹੇ ਸੀ, ਲੇਕਿਨ ਹੁਣ ਅੱਜ ਕਿਤੇ ਨਾ ਕਿਤੇ ਉਹ ਕੈਬਨਿਟ ਦੇ ਵਿੱਚ ਉਹਨਾਂ ਐਲਾਨਾਂ ਦੇ ਉੱਪਰ ਮੋਹਰ ਵੀ ਲੱਗੀ ਹੈ। ਉਹਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਦੇਖੋ, ਗੱਲ ਇਹ ਨਹੀਂ ਹੈ ਕਿ ਤੁਸੀਂ ਫੈਸਲੇ ਕੀ ਕਰ ਰਹੇ ਹੋ, ਇਸ਼ੂ ਇਹ ਹੈ ਕਿ ਤੁਸੀਂ ਉਹਨੂੰ ਇੰਪਲੀਮੈਂਟ ਕਿਵੇਂ ਕਰੋਗੇ, ਐਗਜ਼ੀਕਿਊਟ ਕਿਵੇਂ ਕਰੋਗੇ। ਜੋ ਵੀ ਫੈਸਲੇ ਇਹ ਕਰ ਰਹੇ ਨੇ ਉਹਨਾਂ ਨੂੰ ਐਗਜ਼ੀਕਿਊਟ ਕਰਨ ਲਈ, ਨੋਟੀਫਿਕੇਸ਼ਨਸ ਕਰਨ ਲਈ ਅਸੀਂ ਇੰਤਜ਼ਾਰ ਕਰਾਂਗੇ। ਇਹਨਾਂ ਨੇ ਫ੍ਰੀ ਬਿਜਲੀ ਦਾ ਐਲਾਨ ਕੀਤਾ, ਕੈਬਨਿਟ 'ਚ ਵੀ ਮਨਜ਼ੂਰੀ ਕੀਤੀ ਔਰ ਕਿਹਾ ਕਿ ਅਸੀਂ 1 ਜੁਲਾਈ ਤੋਂ ਦੇਵਾਂਗੇ, ਲੇਕਿਨ ਉਹਦੀਆਂ ਕੰਡੀਸ਼ਨਸ ਕੀ ਰਹਿਣਗੀਆਂ ਹਾਲੇ ਤੱਕ ਕਲੀਅਰ ਨਹੀਂ ਹੈ। ਜਿਹੜੀਆਂ ਗੱਲਾਂ ਨਿਕਲ ਕੇ ਆਈਆਂ, ਬਿਜਲੀ ਮੰਤਰੀ ਸਾਹਿਬ ਦੇ ਜੋ ਬਿਆਨ ਆਏ, ਉਹ ਤਾਂ ਇਹੀ ਦਰਸਾਉਂਦੇ ਨੇ ਕਿ ਜਨਤਾ ਨਾਲ ਧੋਖਾ ਹੋ ਗਿਆ। ਇਸੇ ਤਰ੍ਹਾਂ ਨਾਲ ਹੀ ਅੱਜ ਇਹਨਾਂ ਨੇ ਜਿਹੜੇ 5 ਫੈਸਲੇ ਕੈਬਨਿਟਸ ਕੀਤੇ ਨੇ, ਇੱਕ ਵਾਰੀ ਉਹਦੀ ਡਿਟੇਲਡ ਨੋਟੀਫਿਕੇਸ਼ਨ ਆ ਜਾਏ, ਉਹਦੇ ਬਾਅਦ ਅਸੀਂ ਰਿਐਕਸ਼ਨ ਦੇਵਾਂਗੇ। ਲੇਕਿਨ ਇਹ ਨਿਸ਼ਚਿਤ ਰੂਪ ਨਾਲ ਜੋ ਗਰੰਟੀਆਂ ਦੇ ਕੇ ਸਰਕਾਰ ਆਈ ਸੀ, ਇਹਨਾਂ ਨੂੰ ਉਹਨਾਂ ਗਰੰਟੀਆਂ ਦੇ ਖਰੇ ਉਤਰਨਾ ਹੀ ਚਾਹੀਦਾ। ਇਹਦੇ 'ਚ ਕੋਈ ਪੰਜਾਬ ਦੇ ਉੱਪਰ ਅਹਿਸਾਨ ਕਰਨ ਵਾਲੀ ਗੱਲ ਨਹੀਂ ਹੈ। ਇਹਨਾਂ ਨੇ ਵੋਟ ਲਈਆਂ ਲੋਕਾਂ ਦੀਆਂ ਔਰ ਅਸੀਂ ਪਹਿਰੇਦਾਰ ਹਾਂ ਵਿਰੋਧੀ ਧਿਰ ਹੋਣ ਦੇ ਨਾਤੇ। ਅਸੀਂ ਪੂਰਾ ਪਹਿਰਾ ਦੇਵਾਂਗੇ। ਸਰਕਾਰ ਅੱਛਾ ਕੰਮ ਕਰੇਗੀ, ਪਿੱਠ ਵੀ ਠੋਕਾਂਗੇ। ਅਸੀਂ ਕੋਈ ਇਸ ਤਰ੍ਹਾਂ ਦੀ ਡਿਸਟਰਕਟਿਵ ਮਾਈਂਡਸੈਟ ਵਾਲੀ ਓਪੋਜੀਸ਼ਨ ਨਹੀਂ ਹੈ ਕਿ ਹਰ ਚੀਜ਼ ਦਾ ਵਿਰੋਧ ਕਰਾਂਗੇ। ਮਾਨ ਸਾਹਿਬ ਚੰਗਾ ਕੰਮ ਕਰਨਗੇ, ਪਿੱਠ ਵੀ ਠੋਕਾਂਗੇ, ਸ਼ਲਾਘਾ ਵੀ ਕਰਾਂਗੇ। ਚੰਗਾ ਕੰਮ ਨਹੀਂ ਕਰਨਗੇ, ਪੁਰਜੋਰ ਵਿਰੋਧ ਵੀ ਕਰਾਂਗੇ। 40 ਦਿਨ ਦੇ ਵਿੱਚ ਕਿਹੜਾ ਕੰਮ ਦੇਖਿਆ ਕਿ ਜਿਹਦੇ ਵਿੱਚ ਪਿੱਠ ਠੋਕਣ ਵਾਲੇ ਕੰਮ ਹੋਏ ਨੇ? ਕਹਿੰਦੇ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਸਭ ਤੋਂ ਜ਼ਿਆਦਾ ਮੇਰਾ ਸਵਾਗਤ ਕਰ ਰਹੇ ਸੀ ਵਿਰੋਧੀ। ਨਹੀਂ, ਹਜੇ ਤੱਕ ਤੇ ਐਸਾ ਕੋਈ ਪਿੱਠ ਠੋਕਣ ਵਾਲਾ ਕੰਮ ਜ਼ਿਆਦਾ ਦਿਖਿਆ ਨਹੀਂ। ਅੱਜ ਇਹਨਾਂ ਨੇ ਫੈਸਲਾ ਕੀਤਾ, ਮੈਂ ਤਾਂ ਸਵਾਗਤ ਕਰਦਾ। ਲੇਕਿਨ ਮੈਂ ਤੁਹਾਨੂੰ ਫਿਰ ਕਹਿ ਰਿਹਾ, ਇਸ ਫੈਸਲੇ ਨੂੰ ਐਗਜ਼ੀਕਿਊਟ ਕਰਨਾ ਇੰਨਾ ਆਸਾਨ ਨਹੀਂ ਹੋਏਗਾ ਕਿਉਂਕਿ ਇਹਦੇ 'ਚ ਬਹੁਤ ਸਾਰੀਆਂ ਕਾਨੂੰਨੀ ਅੜਚਣਾਂ ਆਉਣ ਵਾਲੀਆਂ। ਮੈਂ ਅੱਜ ਤੁਹਾਨੂੰ ਉਹਦਾ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਮੈਂ ਸਰਕਾਰ ਦੀ ਪਾਰਟੀ ਖਰਾਬ ਨਹੀਂ ਕਰਨੀ। ਲੇਕਿਨ ਸਰਕਾਰ ਦੇਖੋ, ਕੋਈ ਵੀ ਪੰਚਾਇਤੀ ਜ਼ਮੀਨਾਂ ਖਾਲੀ ਕਰਾਉਣ ਦੀ ਗੱਲ ਆ ਗਈ, ਮੈਂ ਤਾਂ ਸਵਾਗਤ ਕੀਤਾ ਜਦੋਂ ਇਹਨਾਂ ਨੇ ਕਿਹਾ ਸੀ ਪੰਚਾਇਤੀ ਜ਼ਮੀਨਾਂ ਖਾਲੀ ਕਰਾ ਰਹੇ ਹਾਂ। ਲੇਕਿਨ ਹੋ ਕੀ ਰਿਹਾ, ਜਿੱਥੇ ਜਿੱਥੇ ਵੀ ਜਾ ਕੇ ਪੰਚਾਇਤੀ ਜ਼ਮੀਨਾਂ ਖਾਲੀ ਕਰਾ ਰਹੇ ਨੇ, ਉੱਥੇ ਉੱਥੇ ਲੀਗਲ ਇਸ਼ੂਜ਼ ਖੜੇ ਹੋ ਰਹੇ ਨੇ। ਇਹਨਾਂ ਨੇ ਖਰੜ 'ਚ ਕਰਾਈ, ਜਿਹਦੇ ਕੋਲੋਂ ਕਰਾਈ ਉਹ ਕੋਰਟ ਚਲੇ ਗਏ। ਇਸ ਕਰਕੇ ਸਰਕਾਰ ਨੇ ਜਦੋਂ ਕੋਈ ਕੰਮ ਕਰਨਾ ਹੈ ਤਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਕਰ ਸਕਦੀ ਹੈ। ਅਗਰ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਨਾ ਕੰਮ ਕਰੋਗੇ, ਅਗਰ ਤੁਸੀਂ ਪੁਖਤਾ ਆਪਣੇ ਪੈਰ ਨਹੀਂ ਕਰੋਗੇ, ਤਾਂ ਸਰਕਾਰ ਨੂੰ ਵੀ ਨਮੋਸ਼ੀ ਝੇਲਣੀ ਪਏਗੀ। ਇਸ ਕਰਕੇ ਮੇਰੀ ਬੇਨਤੀ ਹੈ ਕਿ ਹੁਣ ਉਹ PR ਐਕਸਰਸਾਈਜ਼ ਤਾਂ ਰਹੀ ਨਹੀਂ, ਹੁਣ ਇਲੈਕਸ਼ਨ ਵੀ ਨਹੀਂ ਲੜਨਾ, ਹੁਣ ਤਾਂ ਤੁਸੀਂ ਗਵਰਨਮੈਂਟ ਚਲਾ ਰਹੇ ਹੋ। ਅਗਰ ਤੁਸੀਂ ਸੱਚੀ ਮੁੱਚੀ ਕੁਝ ਕਰਨਾ ਚਾਹੁੰਦੇ ਹੋ, ਕਿਉਂਕਿ ਤੁਸੀਂ ਮੰਨ ਲਓ ਘੋਸ਼ਣਾ ਕਰ ਦਿਓ ਕਿ ਤੁਸੀਂ ਕਰ ਨਾ ਪਾਏ। ਚੰਨੀ ਸਾਹਿਬ ਨੇ ਕਿਹਾ ਕਿ ਮੈਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦਿਆਂਗਾ, ਬਿੱਲ ਵੀ ਪਾਸ ਕਰਤਾ, ਲੇਕਿਨ ਨਹੀਂ ਕਰਾ ਪਾਏ। ਕਿਉਂ ਨਹੀਂ ਕਰਾ ਪਾਏ? ਕਿਉਂਕਿ ਉਹ ਸੰਵਿਧਾਨ ਦੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ, ਸਿਰੇ ਨਹੀਂ ਚੜੀ। ਸੇਮ ਗਲਤੀ ਭਗਵੰਤ ਮਾਨ ਸਾਹਿਬ ਕਰ ਰਹੇ ਨੇ। ਉਹ ਫੈਸਲੇ ਤੇ ਕਰ ਰਹੇ ਨੇ, ਕੈਬਨਿਟ 'ਚ ਵੀ ਗੱਲ ਕਰ ਰਹੇ ਨੇ, ਲੇਕਿਨ ਉਹਦਾ ਜਿਹੜਾ ਕਾਨੂੰਨੀ ਆਧਾਰ ਹੈ,
ਜਦ ਤੱਕ ਉਹਨੂੰ ਪੱਕਾ ਨਹੀਂ ਕਰਨਗੇ ਇਹਨਾਂ ਦੇ ਫੈਸਲਿਆਂ ਤੇ ਕੁਐਸਚਨ ਮਾਰਕ ਵੀ ਲੱਗਣਗੇ, ਫੈਸਲੇ ਨਿਰਸਤ ਵੀ ਹੋਣਗੇ ਔਰ ਨਮੋਸ਼ੀ ਵੀ ਝੱਲਣੀ ਪਏਗੀ। ਸੋ ਅਸੀਂ ਇੰਤਜ਼ਾਰ ਕਰਾਂਗੇ ਐਗਜ਼ੀਕਿਊਸ਼ਨ ਦਾ। ਸੁਭਾਸ਼ ਜੀ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਹੈ, ਆਮ ਲੋਕਾਂ ਦੀ ਸਰਕਾਰ ਬਣੀ ਹੈ, ਲੋਕਾਂ ਤੋਂ ਸਲਾਹ ਲਿੱਤੀ ਜਾਊਗੀ। ਅੱਜ ਕਹਿੰਦੇ ਕਿ ਪੰਜਾਬ ਦਾ ਬਜਟ ਜਿਹੜਾ ਹੈ ਉਹ ਹੁਣ ਆਮ ਲੋਕ ਚੁਣਨਗੇ ਕਿ ਬਜਟ ਦੇ ਵਿੱਚ ਕੀ ਕੁਝ ਆਇਆ, ਉਹਨਾਂ ਦੀ ਰਾਏ ਮੰਗੀ ਗਈ ਹੈ, ਇੱਕ ਪੋਰਟਲ ਜਾਰੀ ਕੀਤਾ ਗਿਆ। ਉਸ ਪੋਰਟਲ ਨੂੰ ਕਿੱਦਾਂ ਵੇਖਦੇ ਹੋ ਕਿ ਪੋਰਟਲ ਜਾਰੀ ਕਰਕੇ ਰਾਏ ਮੰਗਣਾ ਲੋਕਾਂ ਦੀ ਸਹੀ ਹੈ? ਨਹੀਂ, ਬੜੀ ਅੱਛੀ ਗੱਲ ਹੈ। ਔਰ ਭਗਵੰਤ ਮਾਨ ਸਾਹਿਬ ਤਾਂ MP ਰਹੇ ਨੇ 8 ਸਾਲ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੇਂਦਰ ਸਰਕਾਰ ਦੇ ਅੰਦਰ ਆਲਰੇਡੀ ਇਹ ਪਿਰਤ ਹੈ। ਜਦੋਂ ਵੀ ਯੂਨੀਅਨ ਬਜਟ ਬਣਦਾ ਹੈ ਉਸ ਤੋਂ ਪਹਿਲਾਂ ਆਮ ਲੋਕਾਂ ਦੀ ਰਾਏ ਆਮੰਤਰਿਤ ਕਰਦੇ ਹੈ, ਔਰ ਨਾ ਸਿਰਫ ਆਮ ਲੋਕਾਂ ਦੀ ਰਾਏ ਸੱਦੀ ਜਾਂਦੀ ਹੈ, ਸਰਕਾਰ ਪੂਰੇ ਹਿੰਦੁਸਤਾਨ 'ਚ ਘੁੰਮ ਕੇ ਵਿੱਤ ਮੰਤਰੀ, ਫਾਈਨਾਂਸ ਮਿਨਿਸਟਰੀ ਦੇ ਅਫਸਰ, ਸਾਰੇ ਸਟੇਕ ਹੋਲਡਰਸ ਨਾਲ ਮੀਟਿੰਗ ਕਰਦੇ ਹੈ, ਕੰਸਲਟੇਸ਼ਨਸ ਕਰਦੇ ਹੈ। ਸੈਂਕੜੇ ਦੀ ਗਿਣਤੀ 'ਚ ਕੰਸਲਟੇਸ਼ਨਸ ਹੁੰਦੀਆਂ ਹੈ, ਇੰਡਸਟਰੀ ਨਾਲ ਹੁੰਦੀਆਂ ਹੈ, ਕਿਸਾਨਾਂ ਨਾਲ ਹੁੰਦੀਆਂ ਹੈ, ਮਜ਼ਦੂਰ ਯੂਨੀਅਨਾਂ ਨਾਲ ਹੁੰਦੀਆਂ ਹੈ, ਕੋਆਪਰੇਟਿਵਸ ਨਾਲ ਹੁੰਦੀਆਂ ਹੈ, EMPLOYEES ਨਾਲ ਹੁੰਦੀਆਂ ਹੈ। ਸਾਰੇ ਸਟੇਕ ਹੋਲਡਰਸ ਨੂੰ ਸਰਕਾਰ ਬੁਲਾਉਂਦੀ ਹੈ। 3 ਮਹੀਨੇ ਲਗਾਤਾਰ ਡਿਸਕਸ਼ਨਸ ਹੋਣ ਤੋਂ ਬਾਅਦ, ਸੁਝਾਅ ਆਉਣ ਤੋਂ ਬਾਅਦ ਯੂਨੀਅਨ ਬਜਟ ਬਣਦਾ ਹੈ। ਇਸ ਕਰਕੇ ਕੋਈ ਨਵਾਂ ਕੰਮ ਭਗਵੰਤ ਮਾਨ ਜੀ ਨਹੀਂ ਕਰ ਰਹੇ ਹੈ, ਆਲਰੇਡੀ ਹੁੰਦਾ ਹੈ। ਅੱਛੀ ਗੱਲ ਹੈ, ਪੰਜਾਬ 'ਚ ਵੀ ਕਰ ਰਹੇ ਹੈ। ਲੇਕਿਨ ਮੈਂ ਸਮਝਦਾ ਕਿ ਸਰਕਾਰ ਸਿਰਫ ਪਬਲਿਸਿਟੀ ਲੈਣ ਲਈ ਐਸੇ ਕੰਮ ਨਾ ਕਰੇ। ਦੇਖੋ, ਇਹਨਾਂ ਨੇ ਕਿਹਾ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਹੈਲਪਲਾਈਨ ਨੰਬਰ ਜਾਰੀ ਕਰਾਂਗੇ, ਅੱਛੀ ਗੱਲ ਹੈ। ਲੇਕਿਨ ਅੱਜ ਆਲਮੋਸਟ 2 ਮਹੀਨੇ ਸਰਕਾਰ ਬਣੀ ਨੂੰ ਹੋਣ ਵਾਲੇ ਹੈ। ਕਿਆ ਪੰਜਾਬ ਦੀ ਜਨਤਾ ਦੇ ਸਾਹਮਣੇ ਸਰਕਾਰ ਨੇ ਉਹ ਤੱਥ ਰੱਖੇ ਕਿ ਹੁਣ ਤੱਕ ਉਸ ਲਾਈਨ ਦੇ ਉੱਤੇ ਕਿੰਨੀਆਂ ਕਾਲਸ ਆਈਆਂ, ਕਿੰਨੀਆਂ ਸ਼ਿਕਾਇਤਾਂ ਦਰਜ ਹੋਈਆਂ, ਕਿੰਨੀਆਂ ਦੇ ਖਿਲਾਫ ਕਾਰਵਾਈ ਹੋਈ, ਕਿੰਨੀਆਂ ਨਿਰਸਤ ਹੋਈਆਂ? ਕੋਈ ਜਾਣਕਾਰੀ ਨਹੀਂ। ਔਰ ਤਾਂ ਇਹ ਵੀ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਇਹਦੇ ਕਰਪਸ਼ਨ ਕਰਕੇ, ਪੰਜਾਬ ਦੇ ਕਰਪਸ਼ਨ ਘੱਟ ਹੋਣ ਕਰਕੇ ਦਿੱਲੀ ਦਾ ਵੀ ਕਰਪਸ਼ਨ ਘੱਟ ਹੋ ਗਿਆ, ਹੁਣ ਲੋਕ ਡਰਨ ਲੱਗ ਗਏ। ਨਹੀਂ, ਮੈਂ ਕਹਿੰਦਾ ਜੀ ਕੇਜਰੀਵਾਲ ਸਾਹਿਬ ਤਾਂ ਕੁਝ ਵੀ ਕਹਿ ਸਕਦੇ ਆ, ਲੇਕਿਨ ਪੰਜਾਬ ਦੀ ਜਨਤਾ ਨੂੰ ਇਹ ਜਾਣਨ ਦਾ ਹੱਕ ਤੇ ਹੈ ਨਾ ਕਿ ਕਿੰਨੇ ਲੋਕਾਂ ਦੇ ਖਿਲਾਫ ਕਾਰਵਾਈ ਹੋਈ, ਵੀ ਕਿੰਨੀਆਂ ਕਾਲਸ ਆਈਆਂ ਔਰ ਕਿੰਨੀ ਕਾਰਵਾਈ ਹੋਈ। ਜਨਤਾ ਦੇ ਸਾਹਮਣੇ ਰੱਖਦੇ ਹਨ ਇੱਕ ਵਾਈਟ ਪੇਪਰ। ਨਹੀਂ ਰੱਖਣਗੇ, ਕਿਉਂ ਨਹੀਂ ਰੱਖਣਗੇ? ਕੋਈ ਦੇਖਦਾ ਹੀ ਨਹੀਂ ਉੱਥੇ ਕੌਣ ਕਾਲ ਆ ਰਹੀ ਹੈ। ਉਹ ਇੱਕ ਨੰਬਰ ਜਾਰੀ ਕਰਕੇ ਉਹਨੂੰ ਭੁੱਲ ਗਏ ਹੋਏ ਨੇ। ਇਸੇ ਤਰ੍ਹਾਂ ਹੀ ਇਹਨਾਂ ਨੇ ਪੋਰਟਲ ਦਾ ਕਹਿ ਰਹੇ ਰਾਏ ਲੈਣੀ ਹੈ। ਕਿਆ ਕੇਜਰੀਵਾਲ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਿ ਅਸੀਂ ਤਾਂ ਜੀ ਕੈਂਡੀਡੇਟ ਚੁਣਨ ਲੱਗਿਆ ਵੀ ਲੋਕਾਂ ਦੀ ਰਾਏ ਲਵਾਂਗੇ, ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ? ਮੈਂ ਕਹਿੰਦਾ ਲੋਕਾਂ ਦੀ ਰਾਏ ਛੱਡ ਦਿਓ। ਇਹਨਾਂ ਨੇ ਰਾਜ ਸਭਾ ਦੇ ਕੈਂਡੀਡੇਟ ਚੁਣੇ, ਆਪਣੇ MLA ਦੀ ਰਾਏ ਲਈ। ਲੋਕਾਂ ਦੀ ਗੱਲ ਹੀ ਛੱਡ ਦਿਓ, ਪੰਜਾਬ ਦੀ ਜਨਤਾ ਦੀ। ਉਹ ਵਿਚਾਰੇ ਨੂੰ ਤਾਂ ਇਹਨਾਂ ਨੇ ਕੀ ਪੁੱਛਣਾ ਸੀ? ਜਿਹੜੇ 92 MLA ਚੁਣੇ ਸੀ, ਜਿਨ੍ਹਾਂ ਨੇ ਵੋਟ ਪਾਣੀ ਸੀ ਰਾਜ ਸਭਾ 'ਚ, ਕਿਆ ਇਹਨਾਂ ਨੇ ਉਹਨਾਂ ਦੀ ਰਾਏ ਲਈ? ਨਹੀਂ ਲਈ। ਇਹਨਾਂ ਨੇ ਤਾਂ ਮੁੱਖ ਮੰਤਰੀ ਦੀ ਰਾਏ ਵੀ ਨਹੀਂ ਲਈ ਰਾਜ ਸਭਾ ਦੇ ਕੈਂਡੀਡੇਟ ਬਣਾਉਣ ਲਈ। ਕੌਣ ਨੇ ਰਾਘਵ ਚੱਡਾ, ਕੌਣ ਹੈ ਸੰਦੀਪ ਪਾਠਕ? ਕਿਆ ਪੰਜਾਬ ਅੱਜ ਰਾਏ ਲੈ ਲੈਣ? ਚਲੋ ਅੱਜ ਪੰਜਾਬ ਦੀ ਇੱਕ ਹੈਲਪਲਾਈਨ ਨੰਬਰ ਜਾਰੀ ਕਰਕੇ ਪੰਜਾਬ ਦੀ ਜਨਤਾ ਕੋ ਪੁੱਛ ਲੈਣ ਕਿ ਇਹ ਦੋਨੋਂ ਜਿਹੜੇ ਅਸੀਂ ਚੁਣੇ ਸੀ ਜਾਂ ਬਾਕੀ 2 ਵੀ ਚੁਣੇ, ਇਹ ਚਾਰੋਂ ਜਿਹੜੇ ਅਸੀਂ ਰਾਜ ਸਭਾ ਮੈਂਬਰ ਚੁਣੇ, ਕਿਆ ਪੰਜਾਬ ਦੀ ਜਨਤਾ ਖੁਸ਼ ਆ? 99.99% ਲੋਕ ਕਹਿਣਗੇ ਅਸੀਂ ਖੁਸ਼ ਨਹੀਂ ਹੈ। ਆਮ ਆਦਮੀ ਪਾਰਟੀ ਦੇ MLA ਕੋ ਜੇ ਗੁਪਤ ਵੋਟ ਪਵਾ ਦੋਗੇ 92 ਦੇ 92 ਕਹਿਣਗੇ ਕਿੱਥੋਂ ਫੜ ਲਿਆਂਦੇ ਰਾਜ ਸਭਾ ਦੇ ਮੈਂਬਰ, ਅਸੀਂ ਖੁਸ਼ ਨਹੀਂ ਆ। ਜਨਤਾ ਦੀ ਰਾਏ ਲੈਣੀ ਹੈ ਤੇ ਭਾਈ ਸਾਹਿਬ ਇੱਥੇ ਲਓ। 7000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਭਗਵੰਤ ਮਾਨ ਸਾਹਿਬ ਨੇ। ਮਾਨ ਸਾਹਿਬ ਕਹਿ ਰਹੇ ਸੀ ਕਿ ਜੀ ਪੁਰਾਣਾ 3 ਲੱਖ ਕਰੋੜ ਦੇ ਕਰਜ਼ੇ ਦਾ ਆਡਿਟ ਕਰਾਵਾਂਗੇ, ਕਿੱਥੇ ਲਿਆ, ਕਿੱਥੇ ਖਰਚ ਕੀਤਾ, ਕਿਹੜੇ ਕਿਹੜੇ ਨੇਤਾਵਾਂ ਦੇ ਘਰ ਗਿਆ। ਭਾਈ ਸਾਹਿਬ, ਇਹ ਕਰਜ਼ਾ ਤਾਂ 50-60 ਸਾਲਾਂ ਚੜ੍ਹਿਆ 3 ਲੱਖ ਕਰੋੜ ਦਾ। ਤੁਸੀਂ ਤਾਂ 40 ਦਿਨਾਂ 'ਚ 7000 ਕਰੋੜ ਲੈ ਲਿਆ। ਇਸ ਰਫਤਾਰ ਨਾਲ ਚੱਲਦੇ ਰਹੇ ਤੇ 5 ਸਾਲਾਂ 'ਚ ਤੁਸੀਂ 3 ਲੱਖ ਕਰੋੜ ਟਪਾ ਦੇਣਾ ਹੈ। 5 ਸਾਲਾਂ 'ਚ ਹੀ ਇਹ 7000 ਕਰੋੜ ਦਾ ਕਰਜ਼ਾ ਲੈਣ ਲਈ ਜਨਤਾ ਕੋਲ ਰਾਏ ਲਈ ਕਿ ਭਾਈ ਸਾਹਿਬ ਆਹ ਕੰਮ ਲਈ ਕਰਜ਼ਾ ਲੈਣਾ, ਆਪਣੀ ਰਾਏ ਦਿਓ, ਕਿੱਥੇ ਖਰਚ ਕਰ ਰਹੇ ਹੋ? ਜਨਤਾ ਦੇ ਸਾਹਮਣੇ ਹਿਸਾਬ ਰੱਖੋ। 3 ਲੱਖ ਕਰੋੜ ਦਾ ਹਿਸਾਬ ਰੱਖ ਦੇਣਾ, ਜਦੋਂ ਰੱਖੋਗੇ ਉਹ ਵੀ ਨਹੀਂ ਰੱਖਣਾ, ਸਿਰਫ ਡਰਾਮੇਬਾਜ਼ੀ ਹੈ। ਤੁਸੀਂ ਦੱਸੋ, ਇਹਨਾਂ ਨੇ ਘੋਸ਼ਣਾ ਕੀਤੀ ਸੀ, ਅੱਜ ਤੱਕ ਕਮੇਟੀ ਬਣਾਈ ਹੈ ਉਹਨੂੰ ਆਡਿਟ ਕਰਨ ਲਈ? ਜਿਸ ਦਿਨ ਅਗਲੇ ਦਿਨ ਪ੍ਰੈਸ ਕਾਨਫਰੰਸ ਕਰਨ, ਵੈਸੇ ਤਾਂ ਪ੍ਰੈਸ ਕਾਨਫਰੰਸ ਕਰਦੇ ਨਹੀਂ ਮਾਨ ਸਾਹਿਬ, ਹੁਣ ਡਰਦੇ ਮੀਡੀਆ ਦੇ ਸਾਹਮਣੇ ਨਹੀਂ ਆਉਂਦੇ ਵੀ ਸਵਾਲ ਦਾ ਜਵਾਬ ਕੌਣ ਦਊਗਾ। ਇਹਨਾਂ ਨੇ ਘੋਸ਼ਣਾ ਕਰਤੀ, ਕਮੇਟੀ ਬਣੀ, ਸੁਣੀ ਤੁਸੀਂ ਕੋਈ? ਕਿ 3 ਲੱਖ ਕਰੋੜ ਦੇ ਕਰਜ਼ੇ ਨੂੰ ਕੋਈ ਕਮੇਟੀ ਆਡਿਟ ਕਰੇਗੀ? ਕੌਣ ਆਡਿਟ ਕਰੇਗਾ? ਨਹੀਂ। ਮੈਂ ਕਹਿੰਦਾ ਛੱਡ ਦਿਓ, 7000 ਕਰੋੜ ਦਾ ਹਿਸਾਬ ਪੰਜਾਬ ਦੀ ਜਨਤਾ ਨੂੰ ਦੇ ਦੇਣ ਕਿ ਭਾਈ ਉਹ ਕਿੱਥੇ ਖਰਚ ਕੀਤਾ। ਸੁਭਾਸ਼ ਜੀ, ਇੱਕ ਸਵਾਲ ਤੁਹਾਡੇ ਤੋਂ ਵੀ ਹੈ ਕਿ ਕੇਂਦਰ ਸਰਕਾਰ ਹੈ, ਕੇਂਦਰ ਦਾ ਹੀ ਇੱਕ ਸੂਬਾ ਹੈ ਪੰਜਾਬ ਵੀ, ਤੇ ਕੇਂਦਰ ਸਰਕਾਰ ਕਿਉਂ ਨਹੀਂ ਹੱਥ ਫੜਦੀ ਪੰਜਾਬ ਦਾ ਕਿ 3 ਲੱਖ ਕਰੋੜ ਦਾ ਕਰਜ਼ਾ ਹੈਗਾ ਕਿ ਸਰਕਾਰ ਦੇ ਨਾਲ ਮਿਲ ਕੇ ਕਰਜ਼ਾ ਲਾਉਣ 'ਚ ਸਾਥ ਕਿਉਂ ਨਹੀਂ ਦਿੰਦੀ ਕੇਂਦਰ ਸਰਕਾਰ? ਸਵਾਲ ਤੇ ਤੁਹਾਡੇ ਤੋਂ ਵੀ ਹੈ। ਦੇਖੋ, ਫੈਡਰਲ ਸਟਰਕਚਰ ਹੈ, ਕੇਂਦਰ ਸਰਕਾਰ ਦੇ ਵੀ ਆਪਣੀ ਆਮਦਨੀ ਦੇ ਸਾਧਨ ਨੇ, ਖਰਚੇ ਨੇ। ਜੋ ਵੀ ਰੈਵਨਿਊ ਆਉਂਦਾ ਉਹਦਾ 42% ਤੇ ਰਾਜ ਸਰਕਾਰ ਕੋ ਆਉਂਦਾ ਹੈ ਨਾ, ਬਾਕੀ ਕੇਂਦਰ ਕੋ ਜਾਂਦਾ। ਕੇਂਦਰ ਦੇ ਆਪਣੇ ਖਰਚੇ ਨੇ। ਕਿੰਨੀਆਂ ਸਕੀਮਸ ਪੰਜਾਬ 'ਚ ਕੇਂਦਰ ਚਲਾ ਰਿਹਾ। ਇਹ ਜਿਹੜਾ ਫ੍ਰੀ ਰਾਸ਼ਨ ਅੱਜ ਭਗਵੰਤ ਮਾਨ ਸਾਹਿਬ ਕਹਿ ਰਹੇ ਮੈਂ ਵੰਡਣਾ ਹੈ, ਇਹ ਫ੍ਰੀ ਰਾਸ਼ਨ ਕੌਣ ਭੇਜ ਰਿਹਾ? 1 ਕਰੋੜ 41 ਲੱਖ ਪਰਿਵਾਰਾਂ ਨੂੰ ਫ੍ਰੀ ਰਾਸ਼ਨ ਮੋਦੀ ਸਾਹਿਬ ਦੀ ਸਰਕਾਰ ਭੇਜ ਰਹੀ ਹੈ। ਪੰਜਾਬ ਦੇ ਕਿਸਾਨਾਂ ਦੇ ਖਾਤੇ 'ਚ ਪੈਸੇ ਕੌਣ ਪਾ ਰਿਹਾ? ਕੇਂਦਰ ਸਰਕਾਰ ਪਾ ਰਹੀ ਹੈ। ਤੁਸੀਂ ਪੰਜਾਬ 'ਚੋਂ ਲੰਘੋ, ਚੰਡੀਗੜ੍ਹ ਤੋਂ ਬਠਿੰਡੇ ਜਾਓ, ਪੰਜਾਬ ਦੇ ਹਾਈਵੇ, ਪੰਜਾਬ ਦੇ
ਪੁਲ ਪੰਜਾਬ ਦੇ ਕੌਣ ਬਣਾ ਰਿਹਾ ਹੈ? ਕੇਂਦਰ ਸਰਕਾਰ ਬਣਾ ਰਹੀ ਹੈ ਪੰਜਾਬ 'ਚ। ਅੰਮ੍ਰਿਤ ਯੋਜਨਾ ਦੇ ਤਹਿਤ ਪੰਜਾਬ ਦੇ ਸ਼ਹਿਰਾਂ 'ਚ ਕਿੰਨਾ ਪੈਸਾ ਆ ਰਿਹਾ, ਜਿਹੜਾ ਰਿਕਾਰਡ ਕਢਾ ਕੇ ਦੇਖ ਲਓ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਪੰਜਾਬ ਦੀਆਂ ਪਿੰਡਾਂ ਦੀਆਂ ਸੜਕਾਂ ਦੇ ਕਿੰਨੇ ਪੈਸੇ ਆ ਰਹੇ ਨੇ। ਪੰਜਾਬ ਦੇ ਅੰਦਰ ਕਿੰਨੇ ਲੱਖ ਟਾਇਲਟ, 13 ਲੱਖ ਟਾਇਲਟ ਲਈ ਪੈਸਾ ਆਇਆ। ਇਹ ਸਾਰਾ ਖਰਚਾ ਤਾਂ ਕੇਂਦਰ ਸਰਕਾਰ ਹੀ ਕਰ ਰਹੀ ਹੈ ਪੰਜਾਬ 'ਚ। ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ, ਪੰਜਾਬ ਦੀਆਂ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਲਈ ਕੇਂਦਰ ਕਿੰਨਾ ਕੁ ਦੇਈ ਜਾਏਗਾ? ਅਗਰ ਭਗਵੰਤ ਮਾਨ ਸਾਹਿਬ ਕਰਜ਼ਾ ਲੈ ਕੇ ਹੈਲੀਕਾਪਟਰ ਤੇ ਅਰਵਿੰਦ ਕੇਜਰੀਵਾਲ ਨੂੰ ਝੂਟੇ ਦੇਣਗੇ ਹਿਮਾਚਲ ਲਿਜਾ ਕੇ, ਕਰਜ਼ਾ ਲੈ ਕੇ ਤਮਿਲਨਾਡੂ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਦੀਆਂ ਟੀਵੀ ਅਖਬਾਰਾਂ 'ਚ 100 ਕਰੋੜ ਤੋਂ ਵੱਧ ਦਾ ਇਸ਼ਤਿਹਾਰ ਦੇ ਦੇਣਗੇ, ਕੇਂਦਰ ਸਰਕਾਰ ਕਿਉਂ ਪੂਰਾ ਕਰੇਗੀ ਇਹ? ਤੁਹਾਡੀਆਂ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਲਈ ਕੇਂਦਰ ਸਰਕਾਰ ਕਿਉਂ ਜ਼ਿੰਮੇਦਾਰ ਹੈ? ਕੇਂਦਰ ਸਰਕਾਰ ਪੂਰਾ ਪੰਜਾਬ ਦਾ ਹੱਥ ਫੜ ਰਹੀ ਹੈ। ਜਿੱਥੇ ਜਿੱਥੇ ਪੰਜਾਬ ਦੇ ਲੋਕਾਂ ਦੀ ਕੰਮ ਕਰਨ ਦੀ ਲੋੜ ਹੈ, ਪ੍ਰਧਾਨ ਮੰਤਰੀ ਜੀ ਲਗਾਤਾਰ ਪੀਜੀਆਈ ਦਾ ਸੈਟੇਲਾਈਟ ਸੈਂਟਰ ਬਣ ਰਿਹਾ ਕਿ ਨਹੀਂ ਬਣ ਰਿਹਾ? ਸੰਗਰੂਰ 'ਚ ਰੈਡੀ ਹੋ ਗਿਆ, ਫਿਰੋਜ਼ਪੁਰ 'ਚ ਨਵਾਂ ਬਣਨਾ ਸ਼ੁਰੂ ਹੋ ਗਿਆ, ਏਮਸ ਬਣ ਗਿਆ, ਬਠਿੰਡੇ 'ਚ ਬਣਨਾ ਸ਼ੁਰੂ ਹੋ ਗਿਆ। ਕੇਂਦਰ ਸਰਕਾਰ ਤਾਂ ਲਗਾਤਾਰ ਪੰਜਾਬ ਲਈ ਕੰਮ ਕਰ ਰਹੀ ਹੈ। ਅਸੀਂ ਹੈਰੀਟੇਜ ਸਰਕਟ ਬਣਾ ਰਹੇ ਹਾਂ, ਸਾਰੇ ਸਿੱਖ ਪਰੰਪਰਾਵਾਂ ਨਾਲ ਜੁੜੇ ਸਥਾਨ, ਉਹਨਾਂ ਨੂੰ ਜੋੜਨ ਲਈ ਸਰਕਟ ਬਣ ਰਿਹਾ ਹੈ। ਕੇਂਦਰ ਸਰਕਾਰ ਪੈਸਾ ਖਰਚ ਕਰ ਰਹੀ ਹੈ। ਇਸ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਦਾ, ਪੰਜਾਬੀਆਂ ਦਾ ਹੱਥ ਪੂਰਾ ਫੜਿਆ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜਾ ਪੈਸਾ ਪੰਜਾਬ ਨੂੰ ਆਉਂਦਾ, ਉਹ ਖਰਚ ਕਿੱਥੇ ਹੋ ਰਿਹਾ ਹੈ, ਉਹ ਮਿਸਮੈਨੇਜ ਕੌਣ ਕਰ ਰਿਹਾ ਹੈ, ਉਹਦੀ ਫਾਈਨੈਂਸ਼ੀਅਲ ਜਿਹੜੀ ਜਿਹਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਲੁੱਟ ਕੌਣ ਕਰ ਰਿਹਾ ਹੈ? ਇਹ ਤਾਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪੈਣਾ ਨਾ, ਪੰਜਾਬ ਦੀ ਸਰਕਾਰ ਨੂੰ ਜਵਾਬ ਦੇਣਾ ਪੈਣਾ ਨਾ। ਕਾਂਗਰਸ ਦੀ ਹੁਣ ਤਿਆਰੀ ਜਿਹੜੀ ਪੂਰੀ ਚੱਲ ਰਹੀ ਹੈ ਲੋਕ ਸਭਾ ਜਿਹੜੀ ਸੰਗਰੂਰ ਦੀ ਸੀਟ ਨੂੰ ਲੈ ਕੇ, ਬੀਜੇਪੀ ਕਿੰਨੇ ਕੁ ਤਿਆਰ ਹੈ? ਕਿਉਂਕਿ ਕਾਂਗਰਸ ਤੇ ਲਗਾਤਾਰ ਹੁਣ ਅੱਜ ਸਵੇਰ ਤੋਂ ਮੀਟਿੰਗ ਚੱਲ ਰਹੀ ਹੈ। ਨਹੀਂ, ਬੀਜੇਪੀ ਦਾ ਪਿਛਲੇ 10 ਦਿਨ ਤੋਂ ਮੀਟਿੰਗਾਂ ਚੱਲ ਰਹੀਆਂ। ਬੀਜੇਪੀ ਨੇ ਸਭ ਤੋਂ ਪਹਿਲਾਂ ਇਲੈਕਸ਼ਨ ਇੰਚਾਰਜ ਲਗਾਏ ਆਪਣੇ, ਰਾਣਾ ਸੋਢੀ ਜੀ ਨੂੰ ਇਲੈਕਸ਼ਨ ਇੰਚਾਰਜ ਲਗਾਇਆ, ਉਹਨਾਂ ਨਾਲ ਅਨਿਲ ਭਾਰਤੀ ਜੀ ਨੂੰ ਸਹਿ ਇੰਚਾਰਜ ਲਗਾਇਆ, ਲੱਦੜ ਸਾਹਿਬ ਨੂੰ ਸਹਿ ਇੰਚਾਰਜ ਲਗਾਇਆ, ਔਰ ਸਾਡੀਆਂ 9 ਦੀਆਂ 9 ਵਿਧਾਨ ਸਭਾ ਦੀਆਂ ਮੀਟਿੰਗਾਂ ਪੂਰੀਆਂ ਹੋ ਚੁੱਕੀਆਂ। ਹੁਣ ਅਸੀਂ ਨੀਚੇ ਬਲਾਕ ਸਤਰ ਤੇ ਮੀਟਿੰਗਾਂ ਦਾ ਕੰਮ ਸ਼ੁਰੂ ਕਰਨ ਲੱਗੇ ਹਾਂ। ਅਸੀਂ ਆਪਣੇ 27 ਵੱਡੇ ਨੇਤਾਵਾਂ ਨੂੰ ਇੱਕ ਬਲਾਕ ਦਾ ਇੰਚਾਰਜ ਇਸ ਹਫ਼ਤੇ ਲਾ ਦੇਣਾ ਹੈ। ਅਸੀਂ ਤਾਂ ਪਿੰਡ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਰਹੇ ਹਾਂ। ਪੂਰੇ ਜ਼ੋਰ ਸ਼ੋਰ ਨਾਲ ਬੀਜੇਪੀ ਸੰਗਰੂਰ ਦੀ ਬਾਈ ਇਲੈਕਸ਼ਨ ਲੜੇਗੀ। ਕਾਂਗਰਸ ਨੂੰ ਕਿੱਦਾਂ ਵੇਖਦੇ ਹੋ ਜੀ? ਕਿਉਂਕਿ ਕਾਂਗਰਸ ਦਾ ਕਿਤੇ ਨਾ ਕਿਤੇ ਹਾਰ ਦਾ ਕਾਰਨ ਜਿਹੜਾ ਉਹ ਦੋਨੋਂ ਗੁੱਟਾਂ ਦੇ ਵਿੱਚ ਲੜਾਈ ਹੋਵੇ, ਆਪਸ 'ਚ ਬਿਆਨਬਾਜ਼ੀ ਹੋਵੇ, ਉਹ ਬਣੀ ਸੀ। ਲੇਕਿਨ ਹੁਣ ਵੀ ਦੇਖਣ ਨੂੰ ਮਿਲ ਰਿਹਾ ਕਿ ਨਵੇਂ ਜਦੋਂ ਪ੍ਰਧਾਨ ਬਣੇ ਨੇ ਰਾਜਾ ਵੜਿੰਗ, ਲੇਕਿਨ ਸਾਬਕਾ ਪ੍ਰਧਾਨ ਜਿਹੜੀ ਆਪਣੀ ਇੱਕ ਵੱਖਰੀ ਟੋਲੀ ਲੈ ਕੇ ਘੁੰਮਦੇ ਨਜ਼ਰ ਆ ਰਹੇ ਨੇ। ਅੱਜ ਉਸ 'ਤੇ ਵੀ ਕਾਰਵਾਈ ਕਿਤੇ ਨਾ ਕਿਤੇ ਹਰੀਸ਼ ਜਿਹੜੀ ਹੈ ਚੌਧਰੀ ਦੇ ਵੱਲੋਂ ਕੀਤੀ ਗਈ ਹੈ ਕਿ ਇੱਕ ਲੈਟਰ ਲਿਖਿਆ ਗਿਆ ਕੇਂਦਰ ਆਪਣੀ ਹਾਈ ਕਮਾਂਡ ਨੂੰ ਕਿ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਕਿ ਜਿਹੜੀ ਪਾਰਟੀ ਵਿਰੋਧੀ ਜਿਹੜੀ ਗਤੀਵਿਧੀਆਂ ਚੱਲ ਰਹੀਆਂ ਨੇ। ਕਾਂਗਰਸ ਜਿਹੜੀ ਆ ਉਹ ਸੈਲਫ ਡਿਸਟਰਕਟਿਵ ਮੋਡ ਤੇ ਆ। ਉਹਨਾਂ ਨੇ ਆਪਣਾ ਸੈਲਫ ਡਿਸਟਰਕਟਿਵ ਮੋਡ ਸੈੱਟ ਕਰ ਲਿਆ। ਹੌਲੀ ਹੌਲੀ ਉਹ ਡਿਸਟਰਕਸ਼ਨ ਵੱਲ ਵੱਧ ਰਹੇ ਆ। ਦੇਖੋ, ਨਿਕੰਮੀ ਲੀਡਰਸ਼ਿਪ ਜਦੋਂ ਹੁੰਦੀ ਹੈ ਨਾ ਕੇਂਦਰ 'ਚ, ਕਮਜ਼ੋਰ ਲੀਡਰਸ਼ਿਪ ਹੁੰਦੀ ਹੈ, ਇਹੀ ਹੁੰਦਾ ਹੈ। ਕਦੀ ਤੁਸੀਂ ਦੇਖਿਆ ਹਿੰਦੁਸਤਾਨ ਦੀ ਸਿਆਸਤ 'ਚ ਕਿਸੇ ਵੀ ਪੋਲੀਟੀਕਲ ਪਾਰਟੀ, ਸਾਡੀ ਪਾਰਟੀ 'ਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕਾਂਗਰਸ ਦਾ ਸਟੇਟ ਪ੍ਰੈਜ਼ੀਡੈਂਟ ਪਾਰਟੀ ਦੇ ਮੁੱਖ ਮੰਤਰੀ ਦੇ ਖਿਲਾਫ ਪੂਰੀ ਜਿਹਾਦ ਛੇੜ ਕੇ ਰੱਖੇ। 2.5 ਮਹੀਨੇ ਸਿੱਧੂ ਸਾਹਿਬ, 3 ਮਹੀਨੇ ਜਿੰਨੇ ਦਿਨ ਵੀ ਚੰਨੀ ਸਾਹਿਬ ਮੁੱਖ ਮੰਤਰੀ ਰਹੇ, ਸਿੱਧੂ ਸਾਹਿਬ ਰੋਜ਼ ਸਵੇਰੇ ਸ਼ਾਮ ਚੰਨੀ ਦੀ ਮੰਜੀ ਠੋਕਦੇ ਸੀ। ਕਿਆ ਕਿਸੇ ਪੋਲੀਟੀਕਲ ਪਾਰਟੀ 'ਚ ਸੰਭਵ ਹੈ? ਹੁਣ ਰਾਜਾ ਵੜਿੰਗ ਪ੍ਰਧਾਨ ਹੈ ਤਾਂ ਸਿੱਧੂ ਪੈਰਲਲ ਪਾਰਟੀ ਚਲਾ ਰਿਹਾ। ਕਿਆ ਕਿਸੇ ਪੋਲੀਟੀਕਲ ਪਾਰਟੀ 'ਚ ਸੰਭਵ ਹੈ? ਕਮਜ਼ੋਰ ਲੀਡਰਸ਼ਿਪ ਹੈ, ਇਸ ਕਰਕੇ ਚੱਲਦਾ ਰਹੇਗਾ। ਔਰ ਕਾਂਗਰਸ ਦਾ ਪਤਨ ਪੰਜਾਬ 'ਚ ਹੋਣਾ ਨਿਸ਼ਚਿਤ ਹੈ। ਤੁਸੀਂ ਦੇਖੋਗੇ ਸੰਗਰੂਰ ਬਾਈ ਇਲੈਕਸ਼ਨ 'ਚ ਤੁਹਾਨੂੰ ਦਿਖ ਜਾਏਗਾ, 2024 ਦੀਆਂ ਇਲੈਕਸ਼ਨਾਂ 'ਚ ਦਿਖ ਜਾਏਗਾ, ਕਾਂਗਰਸ ਦੇ ਚਾਹੇ ਐਮਐਲਏ ਸਾਡੇ ਤੋਂ ਜ਼ਿਆਦਾ ਨੇ, ਲੇਕਿਨ ਕਾਂਗਰਸ ਲੁਪਤ ਰਹੇਗੀ। ਆਉਣ ਵਾਲੀ ਜਿਹੜੀ ਪੰਜਾਬ ਦੀ ਪੋਲੀਟੀਕਲ ਬੈਟਲ ਹੈ ਉਹ ਆਮ ਆਦਮੀ ਪਾਰਟੀ ਵਰਸਸ ਭਾਰਤੀ ਜਨਤਾ ਪਾਰਟੀ। ਕਹਿੰਦੇ ਪੀਕੇ ਨਵੀਂ ਪਾਰਟੀ ਬਣਾ ਰਹੇ ਨੇ ਜੀ ਕਿ ਨਵਜੋਤ ਸਿੰਘ ਸਿੱਧੂ ਜਾ ਸਕਦੇ ਨੇ ਜਿਸ ਤਰੀਕੇ ਨਾਲ ਗਤੀਵਿਧੀ ਚੱਲ ਰਹੀ ਹੈ। ਕਹਿੰਦੇ ਪੁਰਾਣੇ ਦੋਸਤ, ਪੁਰਾਣਾ ਪਿਆਰ, ਪੁਰਾਣਾ ਸਭ ਕੁਝ, ਯਾਰੀ ਪੁਰਾਣੀ ਰਹੀ ਹੈ। ਹੁਣ ਹੋ ਸਕਦਾ ਹੈ ਕਿ ਇਕੱਠੇ ਹੋ ਜਾਣ, ਨਵੀਂ ਪਾਰਟੀ ਬਣਾ ਕੇ ਟੱਕਰ ਦੇ ਸਕਦੇ ਨੇ ਪੰਜਾਬ ਦੇ। ਦੇਖੋ, ਪ੍ਰਸ਼ਾਂਤ ਕਿਸ਼ੋਰ ਬੜਾ ਸਮਝਦਾਰ ਬੰਦਾ ਹੈ। ਜਿੰਨਾ ਕਿ ਮੈਂ ਉਹਨੂੰ ਦੇਖਿਆ, ਮੈਨੂੰ ਲੱਗਦਾ ਨਹੀਂ ਇਹੋ ਜਿਹੀ ਮੂਰਖਤਾ ਕਰੇਗਾ ਕਿ ਨਵਜੋਤ ਸਿੰਘ ਸਿੱਧੂ ਵਰਗੀ ਜਿਹੜੀ, ਜਿਹਨੂੰ ਮੈਂ ਕਹਿ ਲਾਂ ਕਿ ਅਨਗਾਈਡਡ ਮਿਜ਼ਾਈਲ ਹੈ, ਉਸ ਮਿਜ਼ਾਈਲ ਨੂੰ ਆਪਣੀ ਪਾਰਟੀ 'ਚ ਲਏਗਾ। ਅਗਰ ਲਏਗਾ ਤੇ ਫਿਰ ਉਹਦਾ ਰੱਬ ਹੀ ਰੱਖਾ। ਥੈਂਕ ਯੂ ਸੋ ਮਚ। ਤੇ ਬਿਲਕੁਲ ਅੱਜ ਜਿਹੜਾ ਸਾਰੀ ਪਾਰਟੀਆਂ ਜਿਹੜੀਆਂ ਨੇ ਬਿਲਕੁਲ ਮੀਟਿੰਗਾਂ ਕਰ ਰਹੀਆਂ ਨੇ, ਜਿੱਥੇ ਭਾਰਤੀ ਜਨਤਾ ਪਾਰਟੀ ਵੀ ਮੀਟਿੰਗ ਕਰ ਰਹੀ ਹੈ।